ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਸਾਰੇ ਠੀਕ ਠਾਕ ਜੀ, ਹੋ ਪਿਆ ਸਾਰੇ ਜਾਣੇ ਵਧੀਆ ਹੋਣਗੇ। ਅੱਜ ਇੱਥੇ ਮੀਂਹ ਪੈ ਰਿਹਾ ਸੀਗਾ ਤੇ ਮੈਂ ਬੈਠੇ ਉੱਦੀ ਚੱਲ ਆਪਾਂ ਤਾਂ ਨਜ਼ਾਰੇ ਲੈ ਰਹੇ ਹਾਂ ਮੀਂਹ ਦੇ ਕਿ ਹਾਂ ਕਿ ਬਹੁਤ ਵਧੀਆ ਮੌਸਮ ਹੋ ਗਿਆ ਜੀ, ਬਹੁਤ ਵਧੀਆ ਆਪਣਾ ਇੱਦਾਂ ਲੱਗਦਾ ਕਿ ਆਪਾਂ ਨੂੰ ਕਿ ਆਪਣਾ ਮੌਸਮ ਠੰਡਾ ਹੋ ਗਿਆ ਤੇ ਤਾਂ ਕਰਕੇ ਆਪਾਂ ਹੁਣ AC ਸਾਰਾ ਕੁਝ ਬੰਦ ਆ ਹੈ ਨਾ। ਪਰ ਬੈਠੇ ਇੱਦਾਂ ਹੀ ਖਿਆਲ ਆਇਆ ਇੱਕ ਚੀਜ਼ ਦਾ ਕਿ ਯਾਰ ਜਿਹੜੇ ਆਪਣੇ ਕਿਸਾਨ ਭਰਾ ਇੰਨੇ ਟਾਈਮ ਤੋਂ ਉੱਥੇ ਬੈਠੇ ਆ, ਨਾ ਉਹਨਾਂ ਨੂੰ ਕੋਈ ਸੁਣਦਾ ਆ। ਸਰਕਾਰਾਂ ਵੀ ਤੁਹਾਨੂੰ ਪਤਾ ਸਾਰੀਆਂ ਇੱਦਾਂ ਹੀ ਹੋਈਆਂ ਕਿ ਆਪ ਤਾਂ ਉਹ ਗੱਡੀਆਂ ਦੇ ਵਿੱਚ ਪਤਾ ਨਹੀਂ ਲੱਗਦਾ ਕਿ 10 ਗੱਡੀਆਂ ਅੱਗੇ 10 ਪਿੱਛੇ ਉਹ ਜਾਂਦੇ ਆ, ਇਹਨਾਂ 'ਤੇ ਲਾਠੀ ਚਾਰਜ ਕਰਾ ਦਿੰਦੇ ਆ। ਜੇ ਉਹਨਾਂ ਨੇ ਦਿੱਲੀ ਕਰਨਾ ਕੁਛ ਤੇ ਅੰਮ੍ਰਿਤਸਰ ਲਾਠੀ ਚਾਰਜ, ਜੇ ਅੰਮ੍ਰਿਤਸਰ ਕੁਛ ਕਰਨਾ ਤੇ ਕਰਨਾਲ ਲਾਠੀ ਚਾਰਜ। ਹੁਣ ਆਪਣੇ ਕਿੰਨੇ ਕਿਸਾਨ ਭਰਾ ਸ਼ਹੀਦ ਹੋ ਚੁੱਕੇ ਇਹਦੇ ਵਿੱਚ, ਤੁਹਾਨੂੰ ਵੀ ਪਤਾ ਹੈ ਨਾ। ਪਰ ਆਪਾਂ ਲੋਕ ਫੇਰ ਵੀ ਨਹੀਂ ਯਾਰ ਹਟਦੇ ਸੁਧਰਦੇ, ਫਿਰ ਵੀ ਉਹਨਾਂ ਨੂੰ ਸਪੋਰਟ ਕਰਦੇ ਆ ਕਿ ਜਿਹੜੇ ਬੰਦੇ ਗਲਤ ਆ। ਹੁਣ ਇਹ ਦੇਖ ਲਓ ਕਿ 2022 ਦੇ ਵਿੱਚ ਵੋਟਾਂ ਆਉਣੀਆਂ, ਛਾਤੀ ਇਹ ਗੱਲ ਆ ਕਈ ਇਹੋ ਜਿਹੇ ਵੀ ਇਨਸਾਨ ਹੈਗੇ ਆ ਜਿਨ੍ਹਾਂ ਦਾ ਜੀ ਧਰਮ ਮਰ ਚੁੱਕਾ ਆ ਕਿ ਜਿਹੜੇ ਹਜੇ ਵੀ ਇਹੀ ਸੋਚਦੇ ਆ ਕਿ ਮੋਦੀ ਬਹੁਤ ਵਧੀਆ ਆ ਜੀ। ਪਰ ਤਾਂ ਸਾਰਿਆਂ ਨੂੰ ਹੁਣ ਪਤਾ ਲੱਗ ਹੀ ਚੁੱਕਾ ਕਿ ਮੋਦੀ ਕੀ ਚੀਜ਼ ਆ ਨਾ। ਉੱਦਾਂ ਵੀ 10 ਸਾਲ ਤੱਕ ਰਾਜ ਜਿਹੜਾ ਕਰ ਗਿਆ ਉਹ ਆਪਣੇ ਵਾਸਤੇ ਇੰਨਾ ਕੁਛ ਬਣਾ ਗਿਆ ਆ ਕਿ ਹਜੇ ਉਹਨੇ ਲੋਕਾਂ ਨੂੰ ਇਹ ਦੱਸਿਆ ਕਿ ਮੇਰੇ ਕੋਲ ਕੁਛ ਨਹੀਂ ਹੈਗਾ। ਬਟ ਇਹ ਚੀਜ਼ ਸੋਚਣ ਵਾਲੀ ਆ ਕਿ ਉਹਨੇ ਆਪਣੇ 2 ਪ੍ਰਾਈਵੇਟ ਜੈੱਟ ਖਰੀਦੇ ਆ, ਉਹ ਕਿੰਨੇ ਹਜ਼ਾਰਾਂ ਕਰੋੜਾਂ ਦੇ ਆ ਕਿ ਉਹ ਇੱਕ ਵੀ ਵੇਚ ਕੇ, ਉਹਦਾ ਕਿਹੜਾ ਕੋਈ ਮੁੰਡਾ ਆ ਜਾਂ ਕੋਈ ਕੁੜੀ ਆ ਜਾਂ ਉਹਨੇ ਕਿਸੇ 'ਤੇ ਲਾਉਣਾ ਆ, ਉਹਦਾ ਕੀ ਆ। ਕੱਲ੍ਹ ਨੂੰ ਪਟਾਕਾ ਪੈ ਜਾਵੇ, ਪਰਸੋਂ ਨੂੰ ਪੈ ਜਾਵੇ, ਪੈਸਾ ਤਾਂ ਗਿਆ ਨਾ। ਪਰ ਆਪਾਂ ਲੋਕ ਫਿਰ ਵੀ ਉਹਨਾਂ ਦੀਆਂ ਸਪੋਰਟਾਂ ਕਰਦੇ ਆ। ਪਰ ਯਾਰ ਸੋਚ ਕੇ ਦੇਖਣ ਵਾਲੀ ਗੱਲ ਆ ਕਿ ਆਪਾਂ ਤਾਂ ਚਲੋ ਛੱਤ ਥੱਲੇ ਬੈਠੇ ਆ, ਰਾਤ ਨੂੰ ਸੌਣ ਲੱਗੇ ਜੇ ਗਰਮੀ ਲੱਗਦੀ ਆ AC ਲਾ ਲਓ ਜੀ, ਪੱਖਾ ਲਾ ਲਓ। ਉਹਨਾਂ ਵਾਸਤੇ ਵਿਚਾਰਿਆਂ ਲਈ ਮੈਂ ਅੱਜ ਵੀ ਖਬਰ ਪੜ੍ਹੀ ਸੀ ਕਰਨਾਲ ਦੇ ਵਿੱਚ ਦਰਖਤ ਤੱਕ ਵੱਢ ਦਿੱਤੇ ਯਾਰ, ਕਿ ਕਿਸਾਨ ਜਿਹੜੇ ਵੀ ਆ ਸੜਕਾਂ ਦੇ ਉੱਤੇ ਬੈਠੇ ਇੱਕ ਦਰਖਤ ਦੀ ਛਾਂ ਤੱਕ ਥੱਲੇ ਨਾ ਬੈਠਣ। ਇੱਥੋਂ ਤੱਕ ਸਰਕਾਰ ਗਿਰ ਗਈ ਆ ਕਿ ਹੋਰ ਤੁਸੀਂ ਦੱਸੋ ਕਿ ਉਹ ਕੀ ਕਰ ਸਕਦੀ ਆ। ਕਿ ਪਾਣੀ ਤਾਂ ਚੱਲ ਕੀ ਪੁੱਛਣਾ, ਅਗਲਿਆਂ ਨੇ ਛਾਂ ਹੀ ਸਾਰੀ ਚੱਕ ਦਿੱਤੀ ਕਿ ਹਾਂ ਸਰਕਾਰ ਇੰਨੀ ਉੱਦਾਂ ਆਪਾਂ ਕਹੀ ਦੇਣਾ ਕਿ ਦਰਖਤ ਲਗਾਓ ਅਤੇ ਆਪਾਂ ਨੂੰ ਸਾਰਾ ਵਾਤਾਵਰਨ ਜਿੰਨਾ ਵਧੀਆ ਹੋਊਗਾ। ਪਰ ਹੁਣ ਕਿੱਥੇ ਗਈਆਂ ਸਰਕਾਰਾਂ ਦੀਆਂ ਗੱਲਾਂ ਹੋ ਕੇ ਜਿੱਥੇ ਉਹ ਕਹਿੰਦੇ ਆ ਕਿ ਦਰਖਤ ਲਾਓ ਜੀ, ਇੱਦਾਂ ਕਰੋ ਜੀ, ਸਾਨੂੰ ਆਕਸੀਜਨ ਮਿਲਦੀ ਆ, ਪਰ ਕੱਟੀ ਵੀ ਆਪ ਜਾਂਦੀ ਆ। ਹੁਣ ਇੰਨੇ ਦਰਖਤ ਵੱਢ ਦਿੱਤੇ ਆ, ਰੋਡ ਦੇ ਉੱਤੇ ਕਿੰਨਾ ਦਰਖਤ ਲੱਗਾ ਸੀ। ਤੁਸੀਂ ਜਾ ਕੇ YouTube 'ਤੇ ਵੀ ਸਰਚ ਮਾਰ ਕੇ ਦੇਖਿਓ ਕਿ ਕਿੰਨੇ ਦਰਖਤ ਵੱਢੇ ਇਹਨਾਂ ਨੇ ਸਿਰਫ ਅਤੇ ਸਿਰਫ ਕਿਸ ਲਈ ਕਿ ਇੱਕ ਕਿਸਾਨ ਭਰਾ ਜਿਹੜੇ ਆ ਕਿ ਉਹ ਛਾਵੇਂ ਨਾ ਬੈਠ ਸਕਣ। ਪਰ ਫਿਰ ਵੀ ਚਲੋ ਇਹ ਤਾਂ ਆਪਣੀ ਗੱਲ ਹੋਈ ਆ। ਇੱਕ ਦਿੱਲੀ ਦਾ ਦੇਖ ਲਓ, ਦਿੱਲੀ ਸਾਲ ਤੋਂ ਉੱਤੇ ਹੋ ਚੱਲਿਆ ਕਿਸਾਨ ਬੈਠੇ, ਮੀਂਹ ਦਾ ਪਾਣੀ, ਹੜ੍ਹ, ਤੂਫਾਨ, ਕਿੰਨਾ ਕੁਛ ਨਹੀਂ ਉਹਨਾਂ ਨੇ ਸਾਹਮਣਾ ਕੀਤਾ, ਕਿੰਨਾ ਕੁਛ ਉਹਨਾਂ ਨੇ ਫੇਸ ਕੀਤਾ, ਪਰ ਸਰਕਾਰ ਨੇ ਇੱਕ ਤੱਕ ਨਹੀਂ ਸੁਣੀ। ਕੱਲ੍ਹ ਵੀ ਹਜੇ ਪਰਸੋਂ ਖਬਰ ਆਈ ਸੀ ਕਿ ਸੁਪਰੀਮ ਕੋਰਟ ਖਰਿਆ ਹਾਈ ਕੋਰਟ ਨੇ ਉਹਨਾਂ ਦਾ ਇਹ ਵੀ ਫੈਸਲਾ ਨਕਾਰ ਦਿੱਤਾ ਕਿ ਹਾਂ ਕਿ ਸਾਨੂੰ ਉਹਨਾਂ ਨੂੰ ਮੀਟਿੰਗ ਦਾ ਵੀ ਨਹੀਂ ਟਾਈਮ ਦਿੱਤਾ ਕਿ ਅਸੀਂ ਮੀਟਿੰਗ ਕੋਈ ਨਹੀਂ ਕਰਨੀ। ਸਪੈਸ਼ਲ ਫੋਰਸ ਮੰਗਾ ਲਈ ਆ ਜੀ ਕਿ ਕਿਸਾਨਾਂ ਨੂੰ ਉਠਾਉਣਾ ਆ। ਪਰ ਮੇਰੀ ਸਿਰਫ ਇਹੀ ਆ ਕਿ ਹਾਂ ਕਿ ਆਪਾਂ ਵੀ ਉਹਨਾਂ ਦਾ ਸਾਥ ਦਈਏ ਕਿ ਆਪਾਂ ਘਰੇ ਬੈਠੇ ਹਾਂ, ਫਿਰ ਵੀ ਉਹਨਾਂ ਲਈ ਜੇ ਆਪਾਂ ਉੱਥੇ ਜਾ ਨਹੀਂ ਸਕਦੇ ਹੈਗੇ, ਕਮ ਸੇ ਕਮ ਘਰੇ ਬੈਠੇ ਉਹਨਾਂ ਲਈ ਪ੍ਰੇ ਤਾਂ ਕਰ ਹੀ ਸਕਦੇ ਹਾਂ ਕਿ ਇੰਨੀ ਅਰਦਾਸ ਕਰੀਏ ਕਿ ਉਹ ਭਰਾ ਵਧੀਆ ਆਪਣੇ ਆਪ 'ਚ ਰਹਿਣ, ਕਿ ਜਿਹੜਾ ਕਿਸਾਨ ਭਰਾ ਜਿੰਨੇ ਵੀ ਆ ਸਾਰੇ ਉਹਨਾਂ ਦੇ ਉਹ ਫੇਸ ਕਰ ਸਕਣ। ਉਹਨਾਂ ਨੂੰ ਰੱਬ ਇੰਨੀ ਕੁ ਹਿੰਮਤ ਦੇਵੇ ਕਿ ਉਹ ਲਾਠੀ ਚਾਰਜ ਜੇ ਅੱਗਿਓਂ ਕਰਦੇ ਆ ਤਾਂ ਇਹ ਵੀ ਉਸ ਬਦਲੇ ਉਹਨਾਂ ਦੇ ਥਰੂ ਹੀ ਉੱਦਾਂ ਦਾ ਹੀ ਜਵਾਬ ਦੇਣ, ਕਿ ਇਹ ਨਾ ਰਹਿਣ ਕਿ ਹਾਂ ਕਿ ਅਸੀਂ ਸ਼ਾਂਤਮਈ ਅੰਦੋਲਨ ਆਪਾਂ ਬਹੁਤ ਟਾਈਮ ਕਰ ਲਿਆ ਪਰ ਹੁਣ ਨਹੀਂ ਹੈਗਾ ਟਾਈਮ। ਕਿ ਆਪਣੇ ਕਿਸਾਨ ਭਰਾ ਇੰਨੇ ਕੁ ਸ਼ਹੀਦੀਆਂ ਪਾ ਚੁੱਕੇ ਆ ਕਿ ਕਈਆਂ ਦੇ ਸੁਹਾਗ ਉੱਜੜ ਗਏ, ਕਈਆਂ ਦੇ ਪੁੱਤ ਚਲੇ ਗਏ, ਕਈਆਂ ਦਾ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਪਰ ਮੋਦੀ ਨੂੰ ਕੋਈ ਵੀ ਸ਼ਰਮ ਨਹੀਂ ਆਈ। ਮੋਦੀ ਇਕੱਲਾ ਨਹੀਂ ਹੈਗਾ ਇਹਦੇ ਵਿੱਚ, ਇਹਦੇ ਨਾਲ ਜਿੰਨੇ ਵੀ ਆਪਾਂ ਕਹੀਏ ਨਾ ਕੋਈ ਵੀ ਪਾਰਟੀ ਹੈ ਯਾਰ, ਕਿ ਅਕਾਲੀ ਹੈ, ਕਾਂਗਰਸੀ ਹੈ, ਜੋ ਵੀ ਹੈ, ਕੋਈ ਵੀ ਵਧੀਆ ਨਹੀਂ। ਇਸ ਕਰਕੇ ਕਿ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਮੈਂ ਇਹ ਵੀਡੀਓ ਬਣਾਉਣ ਦਾ ਸਿਰਫ ਮੇਰਾ ਇਹੀ ਕਾਰਨ ਸੀਗਾ ਕਿ ਚੱਲ ਮੈਂ ਅੱਜ ਬੈਠਾ ਉਹਦਾ ਸੋਚਦਾ ਸੀਗਾ ਕਿ ਆਪਣੀ ਵਾਈਫ ਨਾਲ ਗੱਲ ਕਰਦਾ ਸੀਗਾ ਕਿ ਆਪਾਂ ਮੀਂਹ ਪੈਂਦਾ ਸੀਗਾ, ਪਹਿਲਾਂ ਗਰਮੀ ਬਹੁਤ ਸੀ, ਚਿਪ ਵਾਲਾ ਮੌਸਮ ਨਾ, ਤੁਹਾਨੂੰ ਵੀ ਪਤਾ ਹੋ ਜਾਂਦਾ ਨਾ। ਅਤੇ ਕੱਲ੍ਹ ਵੀ ਬਹੁਤ ਮੀਂਹ ਪਿਆ, ਅੱਜ ਵੀ ਪੈਂਦਾ ਸੀ। ਕਿ ਆਪਣਾ ਘਰ ਦੇ ਪਰਨਾਲੇ ਇੰਨੀ ਤੇਜ਼ ਚੋਂਦੇ ਆ ਕਿ ਸੜਕਾਂ ਤੱਕ ਭਰ ਗਈਆਂ ਬਾਹਰਲੀਆਂ, ਪਰ ਜਿਹੜੇ ਉੱਥੇ ਬੈਠੇ ਸੜਕਾਂ 'ਤੇ ਆ ਉਹਨਾਂ ਦਾ ਕੀ ਹਾਲ ਹੋਇਆ ਹੋਊਗਾ। ਵੈਸੇ ਇਹ ਸੋਚਣ ਵਾਲੀ ਗੱਲ ਆ ਨਾ ਕਿ ਆਪਾਂ ਤਾਂ ਚੱਲ ਮੀਂਹ ਪੈਣ ਲੱਗਾ ਜੀ, ਸੜਕਾਂ ਭਰ ਗਈਆਂ, ਆਪਾਂ ਕਮਰੇ ਜਾ ਕੇ ਬਹਿ ਗਏ, ਸੋਫੇ 'ਤੇ ਬੈਠੇ, ਪਰ ਉਹਨਾਂ ਵਿਚਾਰਿਆਂ ਦਾ ਹਾਲ ਕੀ ਹੁੰਦਾ ਹੋਊਗਾ, ਇਹ ਸੋਚਣ ਵਾਲੀ ਗੱਲ। ਇਸੇ ਕਰਕੇ ਮੈਂ ਇਹੀ ਅਰਦਾਸ ਕਰਦਾ ਕਿ ਚਲੋ ਮੈਂ ਉੱਥੇ ਤਾਂ ਚਲੋ ਨਹੀਂ ਗਿਆ ਹੈਗਾ, ਮੈਂ ਐਵੇਂ ਕਾਹਤੋਂ ਕਹਾਂ, ਪਰ
ਅਰਦਾਸ ਜ਼ਰੂਰ ਕਰਦੇ ਹਾਂ ਕਿ ਉਹਨਾਂ ਨੂੰ ਇੰਨਾ ਕੁ ਹੌਸਲਾ ਦੇਵੇ ਰੱਬ ਕਿ ਉਹ ਆਪਣੀ ਜੰਗ ਜਿੱਤ ਕੇ ਹੀ ਵਾਪਸ ਆਉਣ। ਕਿ ਹੁਣ ਨਾ ਇਹ ਕਿ ਹੁਣ ਵਾਪਸੀ ਵਾਲਾ ਟਾਈਮ ਨਹੀਂ ਹੈਗਾ ਕਿ ਜੇ ਉਹ ਸਾਲ ਪਰ ਉੱਥੇ ਬੈਠ ਕੇ ਇੰਨਾ ਦੁੱਖ ਤਕਲੀਫਾਂ ਕੱਟ ਕੇ ਇੰਨੀਆਂ ਸ਼ਹੀਦੀਆਂ ਪਾ ਕੇ ਜੇ ਸਰਕਾਰ ਤੋਂ ਡਰ ਕੇ ਹੁਣ ਵਾਪਸ ਆ ਗਏ ਨਾ, ਉਹਦਾ ਫਾਇਦਾ ਨਹੀਂ ਕੋਈ। ਇਸ ਕਰਕੇ ਸਰਕਾਰ ਨੂੰ ਵੀ ਇਹੋ ਜਿਹਾ ਹੀ ਜਵਾਬ ਦੇਵੋ ਕਿ ਜਿਹੜਾ ਉਹਨਾਂ ਨੂੰ ਜੇ ਉਹ ਲਾਠੀ ਚਾਰਜ ਕਰਦੇ ਨਾ ਅਤੇ ਅੱਗੋਂ ਇਹੋ ਜਿਹਾ ਛਿੱਤਰ ਪਰੇਡ ਉਹਨਾਂ ਦੇ ਵੀ ਫਿਰੇ ਹੈ ਨਾ ਕਿ ਜਿਹੜਾ ਉਹਨਾਂ ਨੂੰ ਵੀ ਚੇਤੇ ਰਵੇ ਕਿ ਸਾਡੇ ਵੀ ਕੁਝ ਨਾ ਕੁਝ ਅੱਗਿਓਂ ਸ਼ਾਂਤਮਈ ਨਹੀਂ ਬੈਠੇ ਹੈਗੇ, ਅੱਗਿਓਂ ਵੀ ਸਾਡੇ ਪੈ ਸਕਦੀਆਂ। ਹੁਣ ਤੁਸੀਂ ਉੱਦਣ ਦੇਖ ਲਓ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਆਪਣਾ ਸਰਦਾਰ ਬੰਦਾ ਹੀ ਆ ਪੁਲਿਸ ਦੇ ਵਿੱਚ, ਉਹਦੀ ਫੈਮਿਲੀ ਕੀ ਕਹਿੰਦੀ ਆ ਕਿ ਅਸੀਂ ਜੀ ਮੇਰੇ ਘਰ ਵਾਲੇ ਨੇ ਜਾਂ ਸਾਡੇ ਬੰਦੇ ਨੇ ਜੀ ਆਪਣਾ ਉਹ ਨਿਭਾਇਆ, ਫਰਜ਼ ਨਿਭਾਇਆ। ਇਹ ਕਿਹੋ ਜਿਹਾ ਫਰਜ਼ ਆ ਯਾਰ ਕਿ ਅਗਲੇ ਤੁਸੀਂ ਖਾਣ ਲੱਗੇ, ਲੰਗਰ ਖਾਣ ਲੱਗੇ ਮਿੰਟ ਨਹੀਂ ਲਾਉਂਦੇ, ਉਹਨਾਂ ਕੋਈ ਖਾਂਦੇ ਆ ਸਾਰਾ ਕੁਝ, ਅਗਲੇ ਫਿਰ ਵੀ ਤੁਹਾਨੂੰ ਸਾਰਾ ਖਿਲਾਉਂਦੇ ਪਿਲਾਉਂਦੇ ਆ, ਕਦੀ ਤੁਹਾਨੂੰ ਕੁਛ ਨਹੀਂ ਕਹਿੰਦੇ ਹੈਗੇ। ਪਰ ਆਪਣੇ ਫਰਜ਼ ਨਿਭਾਉਣ ਨੂੰ ਵੀ ਯਾਰ ਇੰਨੀ ਜ਼ੋਰ ਦੀ ਉਹਦੇ ਸਿਰ 'ਚ ਡੰਡੇ ਜਿੱਦਾਂ ਮਾਰਿਆ ਨਾ, ਅਗਲਾ ਉਹ ਬੰਦਾ ਸ਼ਹੀਦੀ ਪਾ ਗਿਆ। ਚਲੋ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਆਪਣੇ ਚਰਨਾਂ 'ਚ ਵਸੇ, ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ। ਪਰ ਯਾਰ ਥੋੜ੍ਹੀ ਬਹੁਤੀ ਸ਼ਰਮ ਕਰੋ ਕਿ ਹਾਂ ਕਿ ਤੁਸੀਂ ਪੁਲਿਸ ਵਾਲੇ, ਚੱਲ ਠੀਕ ਹੈ ਤੁਹਾਡਾ ਫਰਜ਼ ਆ, ਆਪਾਂ ਮੰਨਦੇ ਹਾਂ ਤੁਸੀਂ ਫਰਜ਼ ਨਿਭਾਉਂਦੇ ਆ, ਪਰ ਉਹਦਾ ਮਤਲਬ ਇਹ ਥੋੜ੍ਹੀ ਹੈ ਕਿ ਕਿਸੇ ਦੀ ਤੁਸੀਂ ਜਾਨ ਹੀ ਕੱਢ ਦਿਓ। ਹਾਂ ਉਹਨਾਂ ਨੂੰ ਉੱਦਾਂ ਰੋਕ ਲਓ, ਮਨਾ ਕਰ ਦਿਓ ਕਿ ਹਾਂ ਕਿ ਚੱਲ ਨਹੀਂ, ਅਗਲੇ ਕਿਹੜਾ ਤੁਹਾਨੂੰ ਕੁਛ ਕਹਿੰਦੇ ਆ। ਹੁਣ ਦਰਬਾਰ ਸਾਹਿਬ ਦੇ ਬਾਹਰ ਜਦੋਂ ਧਰਨਾ ਲੱਗਾ, ਅਗਲੇ ਆਰਾਮ ਨਾਲ ਬੈਠ ਗਏ ਨਾ, ਜਦੋਂ ਤੁਸੀਂ ਆਪਣੀਆਂ ਲਾਠੀਆਂ ਕੱਢ ਲਈਆਂ, ਜੇ ਅਗਲੇ ਵੀ ਆਪਣਾ ਇਹੋ ਚੀਜ਼ਾਂ ਕਰਨ ਲੱਗ ਪੈਣ, ਤੁਹਾਨੂੰ ਇੰਨਾ ਪਤਾ ਕਿ ਪੁਲਿਸ ਦੀ ਗਿਣਤੀ ਅਤੇ ਸਰਕਾਰਾਂ ਦੀ ਗਿਣਤੀ ਬਹੁਤ ਘੱਟ ਆ। ਜੇ ਕਿਸਾਨ ਭਰਾ ਇੱਕ ਵਾਰੀ ਇਕੱਠੇ ਹੋ ਜਾਣ ਨਾ, ਪੰਜਾਬ ਦੇ ਹੀ ਇਕੱਠੇ ਹੋ ਜਾਣ, ਹਰਿਆਣਾ ਆਪਣਾ ਸਾਰਾ ਭਰਾ ਨਾਲ ਖੜਾ ਆ, ਪਰ ਮੈਂ ਉੱਦਾਂ ਗੱਲ ਕਰਾਂ ਪੰਜਾਬ ਦੇ ਇਕੱਠੇ ਹੋ ਜਾਣ ਨਾ, ਅਤੇ ਸਰਕਾਰ ਕੋਲ ਸਾਂਭ ਨਹੀਂ ਹੋਣੇ ਹੈਗੇ ਕਿ ਜੇ ਉਹ ਭੜਕ ਗਏ ਨਾ ਅਤੇ ਦਿੱਲੀ ਨਹੀਂ ਰਹਿਣੀ ਹੈਗੀ, ਇਹ 84 ਵਾਲੀ ਚੀਜ਼ ਆ ਜਾਣੀ ਆ ਮੂਹਰੇ। ਉਹ ਹਜੇ ਵੀ ਇਹੀ ਕਹੀ ਜਾਂਦੇ ਆ ਕਿ ਨਹੀਂ ਅਸੀਂ ਸ਼ਾਂਤਮਈ ਅੰਦੋਲਨ ਕਰਨਾ, ਪਰ ਸਰਕਾਰ ਨੂੰ ਯਾਰ ਫਿਰ ਵੀ ਸ਼ਰਮ ਵੀ ਕੀ ਦੱਸਦੇ, ਹੁਣ ਤਾਂ ਮੋਦੀ ਨੂੰ ਡੁੱਬ ਕੇ ਮਰਨ ਵਾਲਾ ਹੋਣਾ ਚਾਹੀਦਾ ਉਹਦਾ ਕਿ ਹਾਂ ਕਿ ਆਪ ਹੀ ਕਿਸੇ ਕੋਨੇ 'ਚ ਜਾ ਕੇ ਡੁੱਬ ਕੇ ਮਰ ਜਾਵੇ ਉਹ, ਕਿ ਹਾਂ ਕਿ ਯਾਰ ਤੂੰ ਅੰਬਾਨੀ ਅੰਡਾਨੀਆਂ ਦੇ ਮਗਰ ਲੱਗ ਕੇ ਤੂੰ ਦੇਸ਼ ਦਾ ਭੱਠਾ ਬਿਠਾਈ ਜਾਂਦਾ। ਅਗਲੇ ਤਾਂ ਘਰੇ ਬੈਠੇ ਆਪਣੇ, ਉਹਨਾਂ ਦੇ ਨਿਆਣਿਆਂ ਨੂੰ ਇੰਨੇ ਸੈੱਟ ਹੋ ਗਏ, ਇੰਨੇ ਬਿਜ਼ਨਸ ਖੋਲ੍ਹਤੇ ਆ ਜਿਨ੍ਹਾਂ ਦੇ ਮਗਰ ਹੁਣ ਕੋਈ ਵੀ ਚੀਜ਼ ਲੈ ਲਓ। ਤੁਸੀਂ ਇੱਕ ਚੀਜ਼ ਸੋਚਿਓ ਕਿ ਤੇਲ, ਪੈਟਰੋਲ, ਡੀਜ਼ਲ ਕਿੰਨੇ ਮਹਿੰਗੇ ਹੋ ਗਏ, ਪਰ ਡੱਬੀ ਮਾਚਿਸ ਦੀ ਹਜੇ ਵੀ 1 ਰੁਪਏ ਦੀ ਇੱਕ ਆ। ਉਹ ਚੀਜ਼ ਸੋਚਣ ਵਾਲੀ ਹੁੰਦੀ ਆ। ਇਹ ਥੋੜ੍ਹਾ ਟਾਈਮ ਹੀ ਆ ਕਿ ਹਾਂ ਕਿ ਜਿਹੜਾ ਬੰਦਾ ਕਣਕ ਬੀਜਦਾ, ਝੋਨਾ ਬੀਜਦਾ, ਦੇਸ਼ ਦੀ ਰੋਟੀ ਚਲਾਉਂਦਾ, ਉਹ ਆਪਣਾ ਹੱਕ ਨਾ ਲਵੇ, ਇਹ ਸਾਰਾ ਕੁਝ ਉਹਨਾਂ ਨੂੰ ਦੇਵੇ ਅੰਬਾਨੀ ਅੰਡਾਨੀ ਨੂੰ। ਇਹ ਕਿੱਥੋਂ ਦੀ ਆ ਯਾਰ ਕਿ ਹਾਂ ਇਹ ਤੋਂ ਚੰਗਾ ਤਾਂ ਇਹੀ ਹੈ ਇੱਕ ਸਲਿਊਸ਼ਨ ਯਾਰ ਕਿ ਸਾਰੇ ਭਾਈਚਾਰੇ ਕਿਸਾਨ ਭਰਾ ਇੱਕੋ ਹੀ ਹੱਲ ਕਰਨ ਕਿ ਆਪਣਾ ਝੋਨਾ ਬੀਜੀਏ, ਕਣਕ ਬੀਜੀਏ, ਆਪਣੇ ਲੋਕਾਂ ਨੂੰ ਆਪ ਵੇਚੀਏ, ਕਿਸੇ ਨੂੰ ਵਿੱਚ ਨਾ ਆੜ੍ਹਤੀਏ ਦੀ ਲੋੜ ਪਵੇ, ਨਾ ਮੰਡੀ ਸਿੱਟਣ ਦੀ ਲੋੜ ਪਵੇ। ਸਿੱਧਾ ਘਰ ਜਾ ਕੇ ਆਪਣੇ ਘਰੇ ਲਾਓ, ਬੈਨਰ ਲਾ ਲਓ ਬਾਹਰ ਕਿ ਹਾਂ ਕਿ ਇੱਥੇ ਆਟਾ ਮਿਲਦਾ, ਇੱਥੇ ਕਣਕ ਮਿਲਦੀ, ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਯਾਰ। ਕਿ ਜੇ ਸਰਕਾਰ ਇੱਥੋਂ ਤੱਕ ਡਿੱਗ ਸਕਦੀ ਆ, ਆਪਾਂ ਕਿਉਂ ਨਹੀਂ ਆਪਾਂ ਉਹਨਾਂ ਨੂੰ ਜਵਾਬ ਦੇ ਸਕਦੇ ਹਾਂ। ਮੇਰਾ ਤਾਂ ਇਹੀ ਕਹਿਣਾ ਕਿ ਬਾਕੀ ਤੁਸੀਂ ਮੇਰੇ ਤੋਂ ਕਈ ਬਹੁਤ ਵੱਡੇ ਸਿਆਣੇ ਬੈਠੇ ਆ, ਉਹ ਹਜੇ ਵੀ ਇਹੀ ਚਲੋ ਸੋਚ ਕੇ ਬੈਠੇ ਆ ਕਿ ਆਪਣੇ ਕਿ ਚਲੋ ਸਰਕਾਰ ਮੰਨ ਜੂਗੀ, ਪਰ ਯਾਰ ਆਪਾਂ ਘਰੇ ਬੈਠੇ ਸੋਚ ਸਕਦੇ ਹਾਂ, ਪਰ ਜਿਨ੍ਹਾਂ ਨਾਲ ਫੇਸ ਹੋ ਰਹੀ ਹੈ ਨਾ ਸਾਰੀਆਂ ਚੀਜ਼ਾਂ, ਉਹ ਜਿਨ੍ਹਾਂ ਦੇ ਸਾਹਮਣੇ ਆ ਰਹੀਆਂ ਜਾਂ ਜਿਨ੍ਹਾਂ ਨੂੰ ਉਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਆ, ਉਹ ਚੀਜ਼ ਉਹੀ ਦੱਸ ਸਕਦੇ ਆ ਕਿ ਉਹਨਾਂ ਦੇ ਕੀ ਬੀਤਦੀ ਪਈ ਆ। ਇੱਕ ਦਿਨ ਮੈਂ ਵੀਡੀਓ ਵੀ ਦੇਖੀ ਸੀਗੀ ਕਿ ਇੱਕ ਮਾਵਾਂ ਤਾਂ ਬਹੁਤ ਜ਼ਿਆਦਾ ਉੱਥੇ ਬੀਬੀਆਂ ਆਪਣੀਆਂ ਮਾਵਾਂ ਭੈਣਾਂ ਗਈਆਂ ਹੈ ਨਾ। ਇੱਕ ਮਾਂ ਉੱਥੇ ਇਹੋ ਜਿਹੀ ਸੀਗੀ, ਕਨਵਰ ਗਲੇਵਾਲ ਲੱਗਾ ਹੋਇਆ ਸੀ ਸਟੇਜ 'ਤੇ, ਅਤੇ ਉਹਨੇ ਸਿਰਫ ਪਤਾ ਕੀ ਗੱਲ ਦੱਸੀ ਸੀ ਕਿ ਕਰੋਨਾ ਨੇ ਉਹਦਾ ਪੁੱਤ ਖਾ ਲਿਆ। ਇਕੱਲਾ ਪੁੱਤ ਸੀ ਅਤੇ ਉਹਦਾ ਘਰ ਵਾਲਾ ਹੈ ਨਹੀਂ ਸੀ, ਹੋਰ ਕੋਈ ਨਹੀਂ, ਦੋਨੇ ਮਾਂ ਪੁੱਤ ਇਕੱਲੇ ਹੀ ਘਰ ਰਹਿੰਦੇ ਸੀਗੇ। ਕਰੋਨਾ ਦੇ ਦਿਨਾਂ 'ਚ ਉਹਦਾ ਪੁੱਤ ਚਲ ਗਿਆ, ਇਕੱਲੀ ਰਹਿ ਗਈ। ਆਪਣਾ ਧਰਨਾ ਜਦੋਂ ਸਟਾਰਟ ਹੋਣ ਦਾ ਪਹਿਲਾ ਦਿਨ ਸੀ ਨਾ, ਉਹ ਉਦਣ ਤੋਂ ਉਸ ਧਰਨੇ ਦੇ ਵਿੱਚ ਉੱਥੇ ਬੈਠੀ ਆ ਕਿ ਉਦਣ ਹੀ ਆਪਣੇ ਘਰ ਦੇ ਜਿੰਦੇ ਖੋਲੂੰਗੀ ਜਿੱਦਣ ਇਹ ਜਿੱਤ ਕੇ ਅਸੀਂ ਜਾਣਾ। ਉਹਨੂੰ ਸੱਚੀ ਗੱਲਾਂ ਸੁਣ ਕੇ ਯਾਰ ਅੱਖਾਂ 'ਚੋਂ ਪਾਣੀ ਆ ਗਿਆ ਕਿ ਇਹੋ ਜਿਹੇ ਵੀ ਇਨਸਾਨ ਉੱਥੇ ਬੈਠੇ ਆ ਕਿ ਜਿਹੜੇ ਆਪਣੇ ਘਰ-ਬਾਰ ਦੀ ਕੋਈ ਟੈਨਸ਼ਨ ਨਹੀਂ, ਪਰ ਸਿਰਫ ਅਤੇ ਸਿਰਫ ਯਾਰ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ, ਆਪਣੇ ਸਾਰਿਆਂ ਦਾ ਅੰਦੋਲਨ ਆ। ਇਹੀ ਆ, ਮੈਂ ਤਾਂ ਸਾਰਿਆਂ ਸਾਹਮਣੇ ਅਰਦਾਸ ਕਰਦਾ ਕਿ ਯਾਰ ਕਿ ਕਮ ਸੇ ਕਮ ਘਰੇ ਬੈਠੇ, ਚੱਲ ਤੁਸੀਂ ਉੱਥੇ ਜਾ ਨਹੀਂ ਸਕਦੇ, ਘਰ ਬੈਠ ਕੇ ਉਹਨਾਂ ਲਈ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਉਹਨਾਂ 'ਤੇ
ਸਾਰਾ ਕੁਝ ਫੇਸ ਕਰਨ ਦੀ ਉਹਨਾਂ ਨੂੰ ਸਹਿਣ ਸ਼ਕਤੀ ਦੇਈ ਕਿ ਜਿਹੜਾ ਉਹ ਜਿੱਤ ਕੇ ਹੀ ਵਾਪਸ ਆਉਣ। ਬਸ ਮੇਰਾ ਇੰਨਾ ਕੀ ਕਹਿਣਾ ਫਰਜ਼ ਸੀਗਾ। ਬਾਕੀ ਜੇ ਕੋਈ ਮੇਰੇ ਤੋਂ ਉੱਚੀਆਂ ਨੀਵਾਂ ਕੁਝ ਵੀ ਬੋਲ ਹੋ ਗਿਆ ਤਾਂ ਮਾफ़ ਕਰਿਓ। ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ।